ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਯੂਕੇ ਦੇ ਟੂਰਿਸਟ ਵੀਜ਼ਾ ਲਈ। ਕਿਸ ਤਰ੍ਹਾਂ ਤੁਸੀਂ ਆਪਦਾ ਯੂਕੇ ਦਾ ਟੂਰਿਸਟ ਵੀਜ਼ਾ ਲੈ ਸਕਦੇ ਹੈਗੇ ਹੋ। ਹਰ ਇੱਕ ਕੰਟਰੀ ਦਾ ਆਪਦਾ ਇੱਕ ਕ੍ਰਾਈਟੇਰੀਆ ਹੁੰਦਾ, ਆਪਦੀਆਂ ਸ਼ਰਤਾਂ ਹੁੰਦੀਆਂ ਜਿਸ ਦੇ ਆਧਾਰ ਤੇ ਤੁਹਾਡਾ ਜਿਹੜਾ ਵੀਜ਼ਾ ਹੈਗਾ ਉਹ ਗ੍ਰਾਂਟ ਹੁੰਦਾ ਹੈ। ਸੋ ਕੰਟਰੀ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੈ। ਕੋਈ ਕੰਟਰੀ ਤੁਹਾਡੀ ਕਿਸੇ ਚੀਜ਼ ਤੇ ਤੁਹਾਨੂੰ ਵੀਜ਼ਾ ਦੇ ਦਿੰਦੀ ਹੈਗੀ ਹੈ ਤੇ ਕੋਈ ਕੰਟਰੀ ਲਾਈਕ ਜਿਵੇਂ ਕਿਸੇ ਨੇ ਤੁਹਾਡੀ ਬੈਂਕ ਸਟੇਟਮੈਂਟ ਦੇਖ ਲੈਣੀ ਹੈ, ਕਿਸੇ ਨੇ ਟਰੈਵਲ ਹਿਸਟਰੀ ਦੇਖ ਲੈਣੀ ਹੈਗੀ ਹੈ, ਕੋਈ ਤੁਹਾਡਾ ਓਵਰਆਲ ਪ੍ਰੋਫਾਈਲ ਦੇਖਦਾ ਹੈ। ਬਟ ਆਪਾਂ ਜੇ ਯੂਕੇ ਦੀ ਗੱਲ ਕਰੀਏ, ਯੂਕੇ ਦਾ ਜਿਹੜਾ ਮੇਨ ਫੋਕਸ ਹੁੰਦਾ ਹੈ ਉਹ ਤੁਹਾਡੇ ਫਾਈਨੈਂਸ਼ੀਅਲ ਤੇ ਹੁੰਦਾ ਹੈ। ਜਿੰਨਾ ਵਧੀਆ ਤੁਸੀਂ ਆਪਦਾ ਫਾਈਨੈਂਸ਼ੀਅਲ ਦਿਖਾ ਦੋਗੇ ਉਹਨੇ ਤੁਹਾਡੇ ਜਿਹੜੇ ਚਾਂਸਸ ਨੇ ਉਹ ਵੀਜ਼ਾ ਲੱਗਣ ਦੇ ਬਣ ਜਾਂਦੇ ਹੈਗੇ ਨੇ। ਯੂਕੇ ਖਾਸ ਕਰਕੇ ਤੁਹਾਡੀ ਬੈਂਕ ਸਟੇਟਮੈਂਟ ਜਿਹੜੀ ਹੈਗੀ ਹੈ ਉਹ ਜ਼ਰੂਰ ਦੇਖਦਾ ਹੈ ਔਰ ਬਹੁਤ ਚੰਗੀ ਤਰ੍ਹਾਂ ਦੇ ਗਹਿਰਾਈ ਨਾਲ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਦੀ ਉਹ ਜਾਂਚ ਕਰਦਾ ਹੈ। ਜੇਕਰ ਤੁਹਾਡੀ ਬੈਂਕ ਸਟੇਟਮੈਂਟ ਦੇ ਵਿੱਚ ਕੋਈ ਐਂਟਰੀ ਹੋਈ ਹੁੰਦੀ ਹੈ, ਕੋਈ ਵੱਡੀ ਅਮਾਉਂਟ ਦੀ ਐਂਟਰੀ ਹੈ, ਤਾਂ ਉਸ ਤੇ ਵੀ ਕਈ ਵਾਰੀ ਕੁਐਸਚਨ ਮਾਰਕ ਲਾ ਦਿੰਦਾ ਹੈ ਕਿ ਇਹ ਜਿਹੜਾ ਪੈਸਾ ਹੈ ਇਹ ਐਂਟਰੀ ਕਿੱਥੋਂ ਆਈ ਹੈ, ਇਹਦਾ ਸੋਰਸ ਤੁਸੀਂ ਦੱਸੋ। ਸੋ ਜੇਕਰ ਤੁਹਾਡੀ ਜਿਹੜੀ ਸਟੇਟਮੈਂਟ ਹੈ ਉਹ ਨਾਰਮਲ ਹੈ, ਯਾਨੀ ਕਿ ਕੰਟੀਨਿਊ ਗਰੋ ਦੇ ਵਿੱਚ ਹੈਗੀ ਹੈ, ਠੀਕ ਹੈ, ਤੁਹਾਡੀਆਂ ਐਂਟਰੀਜ਼ ਡੇਲੀ ਦੇ ਤੌਰ ਤੇ ਤੁਹਾਡੀਆਂ ਐਂਟਰੀਜ਼ ਆ ਰਹੀਆਂ ਨੇ, ਜਿਹੜੀ ਤੁਸੀਂ ਆਪਦਾ ਇਨਕਮ ਦਾ ਸੋਰਸ ਦੱਸਦੇ ਹੈਗੇ ਹੋ ਕਿ ਉਹ ਇਨਕਮ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਕ੍ਰੈਡਿਟ ਹੋ ਰਹੀ ਹੈ ਤੇ ਤੁਸੀਂ ਉਸ ਇਨਕਮ ਨੂੰ ਕਿਵੇਂ ਖਰਚ ਰਹੇ ਹੈਗੇ ਹੋ। ਔਰ ਤੀਜਾ ਹੁੰਦਾ ਜਿਹੜਾ ਤੁਹਾਡਾ ਫੰਡ ਹੈ ਕਿ ਉਹ ਤੁਹਾਡਾ ਜੈਨੂਇਨ ਫੰਡ ਹੈ ਜਾਂ ਤੁਸੀਂ ਵਨ ਟਾਈਮ ਫੰਡ ਲੈ ਕੇ ਜਿਹੜਾ ਉਹ ਰੱਖਿਆ ਹੋਇਆ ਇੱਕ ਮੋਟੀ ਅਮਾਉਂਟ ਦੇ ਨਾਲ ਤੁਸੀਂ ਆਪਦੇ ਬੈਂਕ ਅਕਾਊਂਟ ਦੇ ਵਿੱਚ ਜਾਂ ਕੈਸ਼ ਜਮ੍ਹਾਂ ਕਰਾਇਆ ਹੋਇਆ ਜਾਂ ਤੁਹਾਡੀ ਕਿਤੋਂ ਕੋਈ ਐਂਟਰੀ ਆਈ ਹੋਈ ਹੈ। ਸੋ ਇਹਨਾਂ ਚੀਜ਼ਾਂ ਦਾ ਬਹੁਤ ਬਰੀਕੀ ਨਾਲ ਅਧਿਐਨ ਕਰਕੇ ਤੁਹਾਨੂੰ ਜਿਹੜਾ ਵੀਜ਼ਾ ਉਹ ਮਿਲ ਜਾਂਦਾ ਹੈਗਾ। ਯੂਕੇ ਦਾ ਵੀਜ਼ਾ ਦੇ ਵਿੱਚ ਹੁੰਦਾ ਕੀ ਹੈ ਕਿ ਤੁਹਾਡੀ ਪ੍ਰੋਫਾਈਲ ਜਿਹੜੀ ਹੈਗੀ ਹੈ ਉਹ ਅੱਛੀ ਹੋਣੀ ਚਾਹੀਦੀ। ਪ੍ਰੋਫਾਈਲ ਦਾ ਮਤਲਬ ਹੈਗਾ ਤੁਹਾਡਾ ਇਨਕਮ ਦਾ ਸੋਰਸ। ਸੋ ਦੇਖਿਆ ਜਾਂਦਾ ਹੈ ਕਿ ਤੁਹਾਡੀ ਇਨਕਮ ਕਿਸ ਸਰੋਤ ਤੋਂ ਹੈ, ਬਿਜ਼ਨਸ ਤੋਂ ਹੈ, ਐਗਰੀਕਲਚਰ ਤੋਂ ਹੈਗੀ ਹੈ ਜਾਂ ਜੌਬ ਤੋਂ ਹੈਗੀ ਹੈ ਜਾਂ ਤੁਸੀਂ ਬਾਹਰ ਕਿਸੇ ਕੰਟਰੀ ਰਹਿੰਦੇ ਹੋ। ਤਾਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਦਾ ਜਿਹੜਾ ਇਨਕਮ ਹੈ ਉਹਦਾ ਜਿਹੜਾ ਸਰੋਤ ਹੈ ਉਹ ਆਪਾਂ ਨੂੰ ਦਿਖਾਉਣਾ ਪੈਂਦਾ ਹੈਗਾ। ਜੇ ਬਿਜ਼ਨਸ ਹੈ ਤਾਂ ਬਿਜ਼ਨਸ ਰਜਿਸਟ੍ਰੇਸ਼ਨ ਹੋਵੇ, ਜੇਕਰ ਤੁਸੀਂ ਜੌਬ ਕਰ ਰਹੇ ਹੋ ਤਾਂ ਤੁਹਾਡੇ ਕੋਲ ਜੁਆਇਨਿੰਗ ਜਾਂ ਆਫਰ ਲੈਟਰ ਹੋਵੇ, ਜੇ ਖੇਤੀਬਾੜੀ ਕਰ ਰਹੇ ਹੋ ਤਾਂ ਤੁਹਾਡੇ ਕੋਲ ਜੇ ਫਾਰਮ ਹੋਣ। ਇਸ ਤੋਂ ਇਲਾਵਾ ਜਿਸ ਚੀਜ਼ ਤੁਹਾਡੀ ਇਨਕਮ ਵੈਰੀਫਾਈ ਹੁੰਦੀ ਹੈ, ਯਾਨੀ ਕਿ ITR ਜਾਂ ਜੇ ਫਾਰਮ ਜਾਂ ਫਾਰਮ ਨੰਬਰ 16, ਇਹ ਹੋਣਾ ਬਹੁਤ ਜ਼ਰੂਰੀ ਹੈ। ਔਰ ਜਿਹੜੀ ਅਮਾਉਂਟ ਹੈਗੀ ਹੈ, ਜਿਹੜੀ ਇਨਕਮ ਹੈ ਉਹ ਤੁਹਾਡੇ ਅਕਾਊਂਟ ਦੇ ਵਿੱਚ ਆਣੀ ਬਹੁਤ ਜ਼ਰੂਰੀ ਹੈਗੀ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ ਤੁਹਾਡੀ ਬੈਂਕ ਸਟੇਟਮੈਂਟ। ਬੈਂਕ ਸਟੇਟਮੈਂਟ ਤੁਹਾਡੀ ਬਹੁਤ ਵਧੀਆ ਹੋਵੇ, ਜੇਕਰ ਵਧੀਆ ਬੈਂਕ ਸਟੇਟਮੈਂਟ ਹੈ ਤਾਂ ਆਲਮੋਸਟ ਜਿਹੜਾ ਵੀਜ਼ਾ ਤੁਹਾਨੂੰ ਮਿਲ ਜਾਂਦਾ ਹੈਗਾ। ਯੂਕੇ ਦੇ ਵੀਜ਼ਾ ਦੀ ਵੈਲਿਡਿਟੀ ਕਿੰਨੀ ਹੁੰਦੀ ਹੈ? ਤੁਸੀਂ ਯੂਕੇ ਤੋਂ 6 ਮਹੀਨੇ ਦਾ, 2 ਸਾਲ ਦਾ, 5 ਸਾਲ ਦਾ ਜਾਂ 10 ਸਾਲ ਦਾ ਵੀਜ਼ਾ ਜਿਹੜਾ ਹੈਗਾ ਉਹ ਲੈ ਸਕਦੇ ਹੋ। ਜੇ ਆਪਾਂ ਇਹਦੇ ਮੁਕਾਬਲੇ ਹੋਰ ਕੰਟਰੀਆਂ ਦੀ ਗੱਲ ਕਰੀਏ ਜਿਵੇਂ ਕੈਨੇਡਾ ਜਾਂ ਅਮਰੀਕਾ, ਉਹਨੇ ਜਿਹੜੀ ਇੱਕ ਹੀ ਫੀਸ ਲੈਣੀ ਹੈ, ਜਿਵੇਂ ਕਿ ਹੁਣ ਕੈਨੇਡਾ ਦੀ $185 ਫੀਸ ਹੈਗੀ ਹੈ ਵਿਦ ਫਿੰਗਰਪ੍ਰਿੰਟ। ਸੋ ਉਹਨੇ $185 ਚ ਹੀ ਤੁਹਾਡਾ 10 ਸਾਲ ਦਾ ਵੀਜ਼ਾ, ਯਾਨੀ ਕਿ ਜਿੰਨੇ ਤੁਹਾਡੇ ਪਾਸਪੋਰਟ ਦੀ ਵੈਲਿਡਿਟੀ ਤੁਹਾਨੂੰ ਲਾ ਕੇ ਦੇ ਦਿੰਦਾ ਹੈ। ਇਸੇ ਤਰ੍ਹਾਂ ਹੀ ਅਮਰੀਕਾ ਨੇ ਵੀ 10 ਸਾਲਾਂ ਦਾ ਵੀਜ਼ਾ ਸਿੰਗਲ ਫੀਸ ਦੇ ਵਿੱਚ ਲਾ ਕੇ ਦੇ ਦੇਣਾ। ਪਰ ਯੂਕੇ ਇਸ ਤਰ੍ਹਾਂ ਨਹੀਂ ਕਰਦਾ। ਜਿਵੇਂ ਜਿਹੜੀ ਵੀਜ਼ੇ ਦੀ ਮਿਆਦ ਜ਼ਿਆਦਾ ਹੁੰਦੀ ਹੈ, ਯਾਨੀ ਕਿ ਜ਼ਿਆਦਾ ਮਿਆਦ ਵਾਲਾ ਤੁਸੀਂ ਵੀਜ਼ਾ ਲੈਣਾ ਹੈਗਾ, ਉਸੇ ਤਰੀਕੇ ਨਾਲ ਤੁਹਾਨੂੰ ਉਹ ਚਾਰਜ ਕਰਦਾ ਹੈ। ਜੇ 6 ਮਹੀਨੇ ਦੀ ਫੀਸ ਹੈ ਤਾਂ ਲਗਭਗ 13,000 ਹੈ, ਔਰ ਜੇ ਤੁਹਾਡੀ 2 ਸਾਲ ਦੀ ਹੈ ਤਾਂ ਇਹ ਫੀਸ 4 ਗੁਣਾ ਜ਼ਿਆਦਾ ਹੋ ਜਾਂਦੀ ਹੈ, ਤੇ ਜੇ 5 ਸਾਲ ਦੀ ਹੈ ਤਾਂ ਤੁਹਾਡੀ ਫੀਸ ਉਸ ਤਰੀਕੇ ਨਾਲ ਵੱਧ ਜਾਂਦੀ ਹੈਗੀ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਤਰੀਕੇ ਨਾਲ ਤੁਹਾਡੀ ਵੀਜ਼ੇ ਦੀ ਮਿਆਦ ਵੱਧਦੀ ਹੈ, ਉਸੇ ਤਰੀਕੇ ਨਾਲ ਹੀ ਤੁਹਾਡੀ ਫੀਸ ਜਿਹੜੀ ਤੁਹਾਡੇ ਤੋਂ ਜ਼ਿਆਦਾ ਚਾਰਜ ਕੀਤੀ ਜਾਂਦੀ ਹੈਗੀ ਹੈ। ਔਰ ਤੁਸੀਂ ਇੱਕ ਟਾਈਮ ਦੇ ਵਿੱਚ 6 ਮਹੀਨੇ ਰੁਕ ਸਕਦੇ ਹੈਗੇ ਹੋ, ਭਾਵੇਂ ਤੁਹਾਡਾ ਵੀਜ਼ਾ 2 ਸਾਲ ਦਾ, 5 ਦਾ ਜਾਂ 10 ਦਾ, ਰੁਕ ਤੁਸੀਂ 6 ਮਹੀਨੇ ਹੀ ਸਕਦੇ ਹੋ। ਯੂਕੇ ਦੇ ਵਿੱਚ ਕੀ ਹੁੰਦਾ ਹੈ ਦੋਸਤੋ, ਤੁਹਾਡੀ ਜਿਹੜੀ ਪ੍ਰੋਫਾਈਲ ਹੈ ਉਹ ਸਕੈਨ ਵੀ ਹੋ ਜਾਂਦੀ ਹੈ, ਜਾਂ ਤੁਸੀਂ ਆਪਦੀ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਨੇ ਉਹਨਾਂ ਨੂੰ ਤੁਸੀਂ ਜਦੋਂ ਬਾਇਓਮੈਟ੍ਰਿਕ ਕਰਾਉਣ ਜਾਂਦੇ ਹੋ ਉਸ ਟਾਈਮ ਵੀ ਤੁਸੀਂ ਸਕੈਨ ਕਰ ਸਕਦੇ ਹੋ। ਜਦੋਂ ਤੁਸੀਂ ਆਪਦਾ ਵੀਜ਼ਾ ਅਪਲਾਈ ਕਰਦੇ ਹੋ ਉਦੋਂ ਆਪਸ਼ਨ ਆਉਂਦੀ ਹੈ ਕਿ ਤੁਸੀਂ ਹੁਣ ਆਪਣੇ ਪੇਪਰ ਸਕੈਨ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜਦੋਂ ਬਾਇਓਮੈਟ੍ਰਿਕ ਦੇ ਟਾਈਮ VFS ਸੈਂਟਰ ਜਾਓਗੇ ਉਦੋਂ ਤੁਸੀਂ ਆਪਦੇ ਪੇਪਰ ਸਕੈਨ ਕਰਾਣੇ। ਸੋ ਜਿਹੜੀ ਆਪਸ਼ਨ ਤੁਸੀਂ ਚੁਣਦੇ ਹੋ ਉਸੇ ਦੇ ਮੁਤਾਬਕ ਹੀ ਤੁਹਾਨੂੰ ਜਿਹੜੇ ਆਪਣੇ ਪੇਪਰ ਨੇ ਉਹ ਸਕੈਨ ਕਰਾਣੇ ਪੈਂਦੇ ਨੇ। ਯੂਕੇ ਦੇ ਵਿੱਚ ਤੁਹਾਡਾ ਪਾਸਪੋਰਟ ਜਿਹੜਾ ਹੈਗਾ ਉਹ ਵੀਜ਼ਾ ਅਪਲਾਈ ਕਰਨ ਦੇ ਨਾਲ ਹੀ ਐਮਬੈਸੀ ਦੇ ਵਿੱਚ ਡਿਪੋਜ਼ਿਟ ਹੁੰਦਾ ਹੈਗਾ। ਬਾਇਓਮੈਟ੍ਰਿਕ ਹੁੰਦੇ ਨੇ, ਫੋਟੋ ਹੁੰਦੀ ਹੈ, ਫਿੰਗਰਪ੍ਰਿੰਟ ਹੁੰਦੇ ਨੇ ਤੁਹਾਡੇ। ਸੋ ਸਾਰਾ ਇਹ ਪ੍ਰੋਸੈਸ ਚੱਲਦਾ ਹੈਗਾ। ਔਰ ਜਿਹੜਾ ਟਾਈਮ ਹੈ ਯੂਕੇ ਦਾ, ਇਹ ਟਾਈਮ ਟੂ ਟਾਈਮ ਘਟਦਾ ਵੱਧਦਾ ਰਹਿੰਦਾ। ਕਈ ਵਾਰੀ 15 ਦਿਨਾਂ ਦੇ ਵਿੱਚ ਵੀ ਵੀਜ਼ਾ ਆਉਣਾ ਸ਼ੁਰੂ ਹੋ ਜਾਂਦਾ, ਕਈ ਵਾਰੀ 2-2 ਮਹੀਨੇ ਵੀ ਜਿਹੜੇ ਵੀਜ਼ੇ ਨੂੰ ਲੱਗ ਜਾਂਦੇ ਨੇ। ਸੋ ਐਟ ਪ੍ਰੈਜ਼ੈਂਟ 15 ਤੋਂ 20 ਦਿਨਾਂ ਦੇ ਵਿੱਚ ਯੂਕੇ ਦਾ ਜਿਹੜਾ ਵੀਜ਼ਾ ਉਹ ਆ ਰਿਹਾ ਹੈ। ਕਿਹੜੇ ਪੇਪਰ ਚਾਹੀਦੇ ਨੇ? ਅਲੱਗ-ਅਲੱਗ ਪ੍ਰੋਫਾਈਲ ਵਾਲਿਆਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਪੇਪਰਾਂ ਦੀ ਜ਼ਰੂਰਤ ਹੁੰਦੀ ਯੂਕੇ ਵਾਸਤੇ। ਜੇ ਤੁਸੀਂ ਜੌਬ ਕਰ ਰਹੇ ਹੋ, ਤੁਹਾਡੇ ਕੋਲ ਜੁਆਇਨਿੰਗ ਲੈਟਰ ਹੋਵੇ, ਜਿਹੜੇ ਅਕਾਊਂਟ ਸੈਲਰੀ ਆਉਂਦੀ ਹੈ ਉਹਦੀ ਸਟੇਟਮੈਂਟ ਹੋਵੇ, ਲੀਵ ਲੈਟਰ ਹੋਵੇ, ITR ਹੋਵੇ, ਬੈਂਕ ਦੀ ਸਟੇਟਮੈਂਟ ਹੋਵੇ ਔਰ ਪ੍ਰਾਪਰਟੀ ਦੀ ਵੈਲਿਊਏਸ਼ਨ ਹੋਵੇ। ਜੇ ਤੁਸੀਂ ਬਿਜ਼ਨਸ
ਕਰਦੇ ਹੈਗੇ ਹੋ, ਬਿਜ਼ਨਸ ਦਾ ਪ੍ਰੂਫ ਹੋਏ ਯਾਨੀ ਕਿ ਬਿਜ਼ਨਸ ਰਜਿਸਟਰਡ ਹੋਏ, ਤੁਹਾਡਾ ITR ਹੋਏ, ਬੈਂਕ ਸਟੇਟਮੈਂਟ, ਕਰੰਟ ਅਕਾਊਂਟ ਦੀ ਸਟੇਟਮੈਂਟ ਹੋਵੇ। ਜੇ ਖੇਤੀਬਾੜੀ ਕਰਦੇ ਹੋ, ਜ਼ਮੀਨ ਦੀ ਫਰਦ ਹੋਵੇ, ਪ੍ਰਾਪਰਟੀ ਦੀ ਵੈਲਿਊਏਸ਼ਨ ਹੋਵੇ, ਜੇ ਫਾਰਮ ਹੋਣ। ਸੋ ਇਹਨਾਂ ਪੇਪਰਾਂ ਦੇ ਨਾਲ ਤੁਸੀਂ UK ਦਾ ਜਿਹੜਾ ਵੀਜ਼ਾ ਹੈਗਾ ਉਹ ਅਪਲਾਈ ਕਰ ਸਕਦੇ ਹੋ ਤੇ ਵੀਜ਼ਾ ਲੈ ਸਕਦੇ ਹੋ। UK ਦੇ ਵਿੱਚ ਖਾਸੀਅਤ ਹੋਰ ਵੀ ਹੈ, ਜੇ ਤੁਹਾਡੇ ਪੇਪਰ ਅੱਛੇ ਨੇ ਹਨਾ, ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ, ਤੁਹਾਡੀ ਬੈਂਕ ਸਟੇਟਮੈਂਟ ਅੱਛੀ ਹੈ, ਤਾਂ ਯੰਗ ਏਜ ਦੇ ਵਿੱਚ ਵੀ UK ਜਿਹੜਾ ਹੈਗਾ ਵੀਜ਼ਾ ਦੇ ਦਿੰਦਾ ਹੈਗਾ। ਸੋ ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ। ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।